ਨੈਚੁਰਲ ਵਿਜ਼ਨ ਸੈਂਟਰ ਪਟਿਆਲਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ YouTube ਚੈਨਲ ਨੈਚੁਰਲ ਵਿਜ਼ਨ ਸੈਂਟਰ ਪਟਿਆਲਾ ਤੇ ਅੱਜ ਅਸੀਂ ਗੱਲ ਕਰਾਂਗੇ ਮਾਈਗ੍ਰੇਨ ਤੇ। ਦਰਸ਼ਕੋ, ਜਿਵੇਂ ਸਾਰੇ ਅਸੀਂ ਜਾਣਦੇ ਹੀ ਹਾਂ, ਐਲੋਪੈਥੀ ਦੇ ਵਿੱਚ ਮਾਈਗ੍ਰੇਨ ਦਾ ਕੋਈ ਵੀ ਪੱਕਾ ਇਲਾਜ ਨਹੀਂ ਹੈ। ਕੀ ਮਾਈਗ੍ਰੇਨ ਦਾ ਆਯੁਰਵੇਦ ਦੇ ਵਿੱਚ ਕੋਈ ਪੱਕਾ ਇਲਾਜ ਹੈ? ਕੀ ਇਹਦਾ ਇਲਾਜ ਸੰਭਵ ਹੈ? ਇਸ ਸਭ ਤੇ ਗੱਲਬਾਤ ਕਰਾਂਗੇ ਤੇ ਇਸ ਸਭ ਤੇ ਗੱਲਬਾਤ ਕਰਨ ਲਈ ਸਾਡੇ ਸਟੂਡੀਓ ਵਿੱਚ ਅੱਜ ਮੌਜੂਦ ਨੇ ਆਯੁਰਵੇਦ ਦੇ ਮਾਹਿਰ ਡਾਕਟਰ ਵਿਕਰਮਜੀਤ ਸਿੰਘ ਬਿਰਕ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਿਆ। ਡਾਕਟਰ ਸਾਹਿਬ, ਸਾਡੇ ਸਟੂਡੀਓ ਵਿੱਚ ਆਉਣ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੇਰਾ ਇਹੀ ਕੁਐਸਚਨ ਹੈ, ਕੀ ਹੈ ਮਾਈਗ੍ਰੇਨ? ਕੀ ਇਸ ਤੋਂ ਬਚਿਆ ਜਾ ਸਕਦਾ? ਕੀ ਆਯੁਰਵੇਦ ਵਿੱਚ ਇਹਦਾ ਇਲਾਜ ਹੈ? ਸਾਡੇ ਦਰਸ਼ਕਾਂ ਨੂੰ ਇਹ ਖੁੱਲ੍ਹ ਕੇ ਦੱਸੋ ਜਰਾ। ਪਿਆਰੇ ਦਰਸ਼ਕੋ, ਮਾਈਗ੍ਰੇਨ ਦੀ ਬਿਮਾਰੀ ਕੀ ਹੈ, ਇਹ ਕਿਵੇਂ ਸ਼ੁਰੂ ਹੁੰਦੀ ਹੈ, ਤੁਸੀਂ ਇਸ ਦੇ ਕਿਹੜੇ ਇਲਾਜ ਅਤੇ ਪਰਹੇਜ਼ ਨਾਲ ਇਸ ਖਤਰਨਾਕ ਬਿਮਾਰੀ ਤੋਂ ਛੁਟਕਾਰਾ ਪਾ ਸਕਦੇ ਹੋ ਜੀ। ਅਤੇ ਤੁਹਾਡੇ ਨਾਲ ਮਾਈਗ੍ਰੇਨ ਦੀ ਬਿਮਾਰੀ ਬਾਰੇ ਅੱਜ ਅਸੀਂ ਡਿਸਕਸ ਕਰਾਂਗੇ। ਦਾ ਗਲੋਬਲ ਬਰਡਸ ਆਫ ਡਿਜ਼ੀਜ਼ ਆਰਗੇਨਾਈਜੇਸ਼ਨ ਵੱਲੋਂ ਕੀਤੇ ਗਏ ਅਧਿਐਨ ਅਨੁਸਾਰ ਇਸ ਬਿਮਾਰੀ ਨੂੰ ਵਿਸ਼ਵ ਦੀ ਸਭ ਤੋਂ ਤੀਜੀ ਪ੍ਰਚਲਿਤ ਬਿਮਾਰੀ ਦਾ ਦਰਜਾ ਦਿੱਤਾ ਗਿਆ ਜੀ। ਪੂਰੇ ਸੰਸਾਰ ਵਿੱਚ ਲਗਭਗ 15% ਲੋਕ ਮਾਈਗ੍ਰੇਨ ਦੀ ਬਿਮਾਰੀ ਤੋਂ ਪ੍ਰਭਾਵਿਤ ਹਨ। ਅੱਜ ਦੀ ਤਰੀਕ ਤੱਕ ਇਸ ਦੇ ਕੀ ਲੇਟੈਸਟ ਐਲੋਪੈਥੀ ਯਾਨੀ ਅੰਗਰੇਜ਼ੀ ਇਲਾਜ ਹਨ ਜੀ। ਇਸ ਤੋਂ ਇਲਾਵਾ ਘਰੇਲੂ ਇਲਾਜ, ਯੋਗ ਕਿਰਿਆ ਅਤੇ ਆਯੁਰਵੈਦਿਕ ਇਲਾਜ ਨਾਲ ਤੁਸੀਂ ਇਸ ਖਤਰਨਾਕ ਬਿਮਾਰੀ ਤੋਂ ਛੁਟਕਾਰਾ ਪਾ ਕੇ ਸੁੱਖ ਚੈਨ ਦੀ ਜ਼ਿੰਦਗੀ ਕਿਵੇਂ ਜੀ ਸਕਦੇ ਹੋ ਜੀ। ਇਸ ਸਾਰੇ ਬਾਰੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਉਮੀਦ ਕਰਦਾ ਹਾਂ ਕਿ ਤੁਸੀਂ ਇਸ ਜਾਣਕਾਰੀ ਤੋਂ ਜ਼ਰੂਰ ਲਾਭ ਉਠਾਓਗੇ। ਇਸ ਬਿਮਾਰੀ ਸੰਬੰਧੀ ਪੂਰੀ ਜਾਣਕਾਰੀ ਲੈਣ ਲਈ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ। ਮਾਈਗ੍ਰੇਨ ਹੈ ਕੀ, ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਸੋ ਪਿਆਰੇ ਦਰਸ਼ਕੋ, ਮਾਈਗ੍ਰੇਨ ਇੱਕ ਸ਼ੁਰੂਆਤੀ ਪ੍ਰਾਇਮਰੀ ਭਾਵ ਸ਼ੁਰੂਆਤੀ ਸਿਰ ਦਰਦ ਦੀ ਬਿਮਾਰੀ ਹੈ ਜੋ ਕਿ ਭੱਜ ਦੌੜ ਦੇ ਮਾਡਰਨ ਜ਼ਮਾਨੇ ਵਿੱਚ ਇਨਸਾਨ ਨੂੰ ਸਰੀਰ ਪ੍ਰਤੀ ਸੁਚੇਤ ਨਾ ਹੋ ਕੇ ਸਗੋਂ ਸਿਰਫ ਕੰਮ ਪ੍ਰਤੀ ਹੀ ਸਾਰਾ ਦਿਨ ਭੱਜ ਦੌੜ ਕਰਦੇ ਰਹਿਣ ਕਾਰਨ ਤਕਰੀਬਨ ਹਰ ਇੱਕ ਮਨੁੱਖ ਕਿਸੇ ਨਾ ਕਿਸੇ ਬਿਮਾਰੀ ਨਾਲ ਗ੍ਰਸਤ ਹੁੰਦਾ ਜਾ ਰਿਹਾ। ਬਾਕੀ ਸਾਰੀਆਂ ਬਿਮਾਰੀਆਂ ਤੋਂ ਹਟ ਕੇ ਮਾਈਗ੍ਰੇਨ ਵੀ ਮੁੱਖ ਤੌਰ 'ਤੇ ਉੱਭਰ ਕੇ ਸਾਹਮਣੇ ਆ ਰਹੀ ਹੈ। ਜਦ ਕਿ ਸ਼ੁਰੂਆਤੀ ਦੌਰ ਵਿੱਚ ਮਾਈਗ੍ਰੇਨ ਦਾ ਦਰਦ 2-3 ਘੰਟਿਆਂ ਤੱਕ ਹੁੰਦਾ ਹੈ। ਅਗਰ ਮਰੀਜ਼ ਇਸ ਵੱਲ ਖਾਸ ਧਿਆਨ ਨਾ ਦੇਵੇ ਤਾਂ ਇਹ ਦਰਦ ਵੱਧ ਕੇ 2-3 ਘੰਟਿਆਂ ਤੋਂ 2-3 ਦਿਨਾਂ ਤੱਕ ਰਹਿਣ ਲੱਗ ਪੈਂਦਾ ਹੈ। ਕਈ ਮਰੀਜ਼ਾਂ ਦਾ ਸਿਰ ਦਰਦ ਖੱਬੇ ਪਾਸੇ, ਕਈਆਂ ਦਾ ਸੱਜੇ ਪਾਸੇ, ਕਈਆਂ ਕੇਸਾਂ ਦੇ ਵਿੱਚ ਪੂਰਾ ਸਿਰ ਦਰਦ ਵੀ ਹੁੰਦਾ ਰਹਿੰਦਾ ਹੈ ਅਤੇ ਇਸ ਦਾ ਦਰਦ ਗਰਦਨ ਵਿੱਚ ਵੀ ਮਹਿਸੂਸ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਦੇ ਲਗਾਤਾਰ ਹੋ ਰਹੇ ਸਿਰ ਦਰਦ ਨੂੰ ਮਾਈਗ੍ਰੇਨ ਕਿਹਾ ਜਾਂਦਾ। ਠੀਕ ਹੈ ਸਰ। ਡਾਕਟਰ ਸਾਹਿਬ, ਇਹ ਕਿਵੇਂ ਪਤਾ ਲੱਗਦਾ ਹੈ ਕਿ ਵਿਅਕਤੀ ਨੂੰ ਮਾਈਗ੍ਰੇਨ ਦੀ ਬਿਮਾਰੀ ਹੈ? ਇਸ ਦੇ ਕੀ ਲੱਛਣ ਨੇ, ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ। ਬਿਲਕੁਲ ਜੀ। ਮਾਈਗ੍ਰੇਨ ਤੋਂ ਪੀੜਤ ਤਕਰੀਬਨ ਹਰ ਮਰੀਜ਼ ਦਾ ਸਿਰ ਦਰਦ ਦੇ ਨਾਲ ਅੱਖ ਵਿੱਚ ਦਰਦ ਰਹਿਣਾ, ਅੱਛਾ ਜੀ, ਦਿਲ ਮਤਲਾਣਾ ਮਤਲਬ ਦਿਲ ਕੱਚਾ ਹੋਣਾ ਅਤੇ ਉਲਟੀ ਦੀ ਇੱਛਾ ਜ਼ਾਹਿਰ ਕਰਨਾ, ਨਜ਼ਰ ਦਾ ਘਟਣਾ, ਦੋ ਦਿਖਣਾ ਜੀ, ਸਿਰ ਦੇ ਵਿੱਚ ਇੱਕ ਪਾਸੇ ਦਰਦ ਰਹਿਣਾ, ਗਰਦਨ ਵਿੱਚ ਦਰਦ ਰਹਿਣਾ, ਚੱਕਰ ਆਉਣੇ, ਔਰਤਾਂ ਵਿੱਚ ਮਾਹਵਾਰੀ ਦਾ ਘੱਟ ਵੱਧ ਆਉਣਾ, ਰੋਗੀ ਹਨੇਰ ਕਮਰੇ ਵਿੱਚ ਰਹਿਣਾ ਪਸੰਦ ਕਰਦਾ ਜੀ, ਟੀਵੀ ਦੇਖਣਾ, ਤੇਜ਼ ਆਵਾਜ਼, ਅਚਾਨਕ ਕੋਈ ਚਿੰਤਾ ਲੱਗ ਜਾਏ, ਭੁੱਖ ਨਾ ਲੱਗਣਾ, ਸੰਗੀਤ ਸੁਣਨਾ, ਡੀਹਾਈਡਰੇਸ਼ਨ, ਖੁਸ਼ਬੂ ਅਤੇ ਬਦਬੂ ਜੀ, ਹਾਈਪੋਗਲਾਈਸੀਮੀਆ ਭਾਵ ਸ਼ੂਗਰ ਦਾ ਘਟ ਜਾਣਾ, ਅੱਛਾ ਜੀ, ਭੋਜਨ ਵਿੱਚ ਜ਼ਿਆਦਾ ਮਿੱਠੇ ਦੀ ਮਾਤਰਾ, ਵਰਤ ਰੱਖਣੇ, ਦੇਰ ਰਾਤ ਤੱਕ ਜਾਗਣਾ ਜੀ, ਸ਼ੋਰ ਸ਼ਰਾਬੇ ਵਿੱਚ ਰਹਿਣਾ, ਧੁੱਪ ਵੱਲ ਦੇਖਣਾ ਤੇ ਸਿਰ ਵਿੱਚ ਧੁੱਪ ਪੈਣ ਨਾਲ ਵੀ ਸਾਡੀ ਡਾਈਟ ਭਾਵ ਗਲਤ ਭੋਜਨ ਦੇ ਟ੍ਰਿਗਰ ਏਜੰਟਸ ਵਿੱਚੋਂ ਮੁੱਖ ਹਨ, ਜਿਸ ਕਾਰਨ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰ੍ਹਾਂ ਹੌਲੀ ਇਸ ਬਿਮਾਰੀ ਦੀ ਸ਼ੁਰੂਆਤ ਹੋਣੀ ਸ਼ੁਰੂ ਹੋ ਜਾਂਦੀ ਹੈ। ਠੀਕ ਹੈ ਜੀ। ਡਾਕਟਰ ਸਾਹਿਬ, ਮੇਰਾ ਅਗਲਾ ਕੁਐਸਚਨ ਹੈ, ਕੀ ਮਾਈਗ੍ਰੇਨ ਦੇ ਹੋਰ ਵੀ ਕੋਈ ਕਾਰਨ ਹੋ ਸਕਦੇ ਨੇ? ਉਸ ਤੇ ਵੀ ਦੱਸੋ। ਜੀ ਬਿਲਕੁਲ। ਮਾਈਗ੍ਰੇਨ ਦੀ ਸ਼ੁਰੂਆਤ ਕਈ ਕਾਰਨਾਂ ਕਰਕੇ ਹੋ ਸਕਦੀ ਹੈ, ਪਰ ਇਹਨਾਂ ਵਿੱਚੋਂ ਕੁਝ ਮੁੱਖ ਕਾਰਨ ਇਸ ਪ੍ਰਕਾਰ ਹਨ, ਜਿਵੇਂ ਹਾਰਮੋਨਲ ਪਰਿਵਰਤਨ ਜੀ, ਐਸਟ੍ਰੋਜਨ ਵਿੱਚ ਉਤਰਾਅ ਚੜ੍ਹਾਅ ਨਾਲ ਵੀ ਬਹੁਤੀਆਂ ਔਰਤਾਂ ਵਿੱਚ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜੀ। ਕਈ ਮਹਿਲਾਵਾਂ ਵਿੱਚ ਮਾਹਵਾਰੀ ਦੇ ਸਮੇਂ ਜ਼ਿਆਦਾ ਖੂਨ ਪੈਣਾ ਜੀ ਜਾਂ ਗਰਭ ਅਵਸਥਾ ਦੇ ਦੌਰਾਨ ਬਹੁਤ ਜ਼ਿਆਦਾ ਮਾਈਗ੍ਰੇਨ ਪੈਦਾ ਕਰਨ ਦੀ ਪ੍ਰਵਿਰਤੀ ਹੁੰਦੀ ਹੈ। ਹਾਰਮੋਨਲ ਪਰਿਵਰਤਨ ਤੋਂ ਭਾਵ ਜਦ ਔਰਤਾਂ ਵਿੱਚ ਮਰਦਾਂ
ਅਤੇ ਮਰਦਾਂ ਵਿੱਚ ਔਰਤਾਂ ਵਾਲੇ ਲੱਛਣ ਪਾਏ ਜਾਣ, ਉਸ ਸਮੇਂ ਇਸ ਬਿਮਾਰੀ ਦੀ ਸ਼ੁਰੂਆਤ ਹੋ ਸਕਦੀ ਹੈ। ਮਾਈਗ੍ਰੇਨ ਦਾ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ। ਜੀ ਡਾਕਟਰ ਸਾਹਿਬ, ਕੀ ਮਾਈਗ੍ਰੇਨ ਦੀ ਕੋਈ ਖਾਸ ਉਮਰ ਹੈ? ਇਹਦੇ ਬਾਰੇ ਵੀ ਦੱਸੋ, ਜਿਵੇਂ ਤੁਸੀਂ ਕਿਹਾ। ਬਿਲਕੁਲ ਸਤੀਸ਼ ਜੀ, ਮਾਈਗ੍ਰੇਨ ਇੱਕ ਅਜਿਹੀ ਬਿਮਾਰੀ ਹੈ ਜੋ ਕਿਸੇ ਵੀ ਉਮਰ ਵਿੱਚ ਪ੍ਰਭਾਵਿਤ ਕਰ ਸਕਦੀ ਹੈ। ਜੀ ਬਟ ਮਾਈਗ੍ਰੇਨ ਆਮ ਤੌਰ ਤੇ 13-14 ਸਾਲ ਦੀ ਉਮਰ ਤੋਂ ਸ਼ੁਰੂ ਹੁੰਦੀ ਹੈ ਅੱਛਾ ਜੀ। ਅਤੇ 50-55 ਸਾਲ ਦੀ ਉਮਰ ਤੱਕ ਜਾਰੀ ਰਹਿੰਦੀ ਹੈ। ਜੀ ਡਾਕਟਰ ਸਾਹਿਬ, ਮਾਈਗ੍ਰੇਨ ਦੇ ਰੋਗੀ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹਨੂੰ ਮਾਈਗ੍ਰੇਨ ਹੋ ਗਿਆ? ਉਹਦਾ ਸਿਰ ਦਰਦ ਹੁੰਦਾ ਉਸ ਤੋਂ ਪਤਾ ਲੱਗਦਾ ਜਾਂ ਕੋਈ ਹੋਰ ਲੱਛਣ ਨੇ? ਬਿਲਕੁਲ ਜੀ, ਸਿਰ ਦਰਦ ਦਾ ਮੁੱਖ ਕਾਰਨ ਸਿਰ ਅਤੇ ਗਰਦਨ ਦੇ ਵਿਚਕਾਰ ਮਾਸਪੇਸ਼ੀਆਂ ਦਾ ਸੰਕੁਚਨ ਹੈ। ਜੀ ਇਹ ਇੱਕ ਬਹੁਤ ਹੀ ਨਾ ਸਹਿਣਯੋਗ ਅਸਹਿ ਦਰਦ ਹੁੰਦਾ ਹੈ ਜੋ ਪੂਰੇ ਸਿਰ ਵਿੱਚ ਮਹਿਸੂਸ ਹੁੰਦਾ ਹੈ। ਮਾਈਗ੍ਰੇਨ ਹੋਣ ਤੇ 2 ਜਾਂ 3 ਦਿਨ ਪਹਿਲਾਂ ਮਰੀਜ਼ ਨੂੰ ਕਈ ਤਰ੍ਹਾਂ ਦੇ ਛੋਟੇ-ਛੋਟੇ ਬਦਲਾਅ ਆਉਣੇ ਸ਼ੁਰੂ ਹੋ ਜਾਂਦੇ ਹਨ, ਜਿਵੇਂ ਕਿ ਕਬਜ਼, ਗੁੱਸਾ, ਪਿਆਸ ਦਾ ਵਧਣਾ, ਗਰਦਨ ਵਿੱਚ ਜਕੜਨ, ਵਾਰ-ਵਾਰ ਪਿਸ਼ਾਬ ਆਉਣਾ, ਵਾਰ-ਵਾਰ ਅੰਗੜਾਈਆਂ ਲੈਣੀਆਂ ਆਦਿਕ ਇਸ ਦੇ ਲੱਛਣ ਪਾਏ ਜਾਂਦੇ ਹਨ। ਇਸ ਲਈ ਸਾਨੂੰ ਸਾਰੇ ਕਾਰਨਾਂ ਨੂੰ ਮੱਦੇ-ਨਜ਼ਰ ਰੱਖਦੇ ਹੋਏ ਸਾਨੂੰ ਆਪਣਾ ਲਾਈਫ ਸਟਾਈਲ ਬਦਲਣਾ ਹੋਵੇਗਾ ਜੀ, ਤਾਂ ਜੋ ਇਸ ਮਾਈਗ੍ਰੇਨ ਵਰਗੀ ਭਿਆਨਕ ਬਿਮਾਰੀ ਤੋਂ ਆਪਣਾ ਬਚਾਅ ਕਰ ਸਕੀਏ। ਜੀ ਡਾਕਟਰ ਸਾਹਿਬ, ਸਾਡੇ ਦਰਸ਼ਕਾਂ ਨੂੰ ਦੱਸੋ ਵੀ ਮਾਈਗ੍ਰੇਨ ਨੂੰ ਠੀਕ ਕਰਨ ਲਈ ਕਿੰਨਾ ਕੁ ਸਮਾਂ ਚਾਹੀਦਾ ਆਪਾਂ ਨੂੰ? ਜੀ ਬਿਲਕੁਲ, ਮਾਈਗ੍ਰੇਨ ਦੇ ਸਭ ਤੋਂ ਖਰਾਬ ਮਾਮਲਿਆਂ ਵਿੱਚ ਪੀੜਤ ਮਰੀਜ਼ ਨੂੰ ਠੀਕ ਕਰਨ ਲਈ 3 ਘੰਟੇ ਤੋਂ 72 ਘੰਟੇ ਤੱਕ ਦਾ ਸਮਾਂ ਲੱਗ ਸਕਦਾ। ਜੀ ਡਾਕਟਰ ਸਾਹਿਬ, ਮੇਰਾ ਅਗਲਾ ਕੁਐਸਚਨ ਇਹ ਹੈ, ਐਲੋਪੈਥੀ ਵਿੱਚ, ਮਾਡਰਨ ਪ੍ਰਣਾਲੀ ਦੇ ਵਿੱਚ, ਹਾਂਜੀ, ਜਾਂ ਜੇ ਆਪਾਂ ਸਿੱਧੇ ਸ਼ਬਦਾਂ ਦੇ ਵਿੱਚ ਅੰਗਰੇਜ਼ੀ ਦੇ ਵਿੱਚ, ਹਾਂਜੀ, ਮਾਈਗ੍ਰੇਨ ਦਾ ਇਲਾਜ ਕਿਵੇਂ ਕੀਤਾ ਜਾਂਦਾ ਹੈ? ਜੀ ਬਿਲਕੁਲ, ਅੰਗਰੇਜ਼ੀ ਇਲਾਜ ਜਿਸ ਤਰ੍ਹਾਂ ਹਿੰਦੀ ਦੀ ਇੱਕ ਕਹਾਵਤ ਹੈ, ਕਹਤੇ ਹੈ ਕਹਿ ਦੋ ਕਹਿਣੇ ਮੇਂ ਕਿਆ ਹਰਜ ਹੈ, ਠੀਕ ਉਸੇ ਤਰ੍ਹਾਂ ਵਿਗਿਆਨੀਆਂ ਵੱਲੋਂ ਇਹ ਦਾਅਵਾ ਤਾਂ ਕੀਤਾ ਜਾ ਰਿਹਾ ਹੈ ਕਿ ਅਸੀਂ ਚੰਨ ਤੇ ਪਹੁੰਚ ਗਏ ਜੀ, ਪਰ ਸਾਡੇ ਪੂਰੇ ਵਿਸ਼ਵ ਦੇ ਸਾਹਮਣੇ ਅਜੇ ਤੱਕ ਕਈ ਅਜਿਹੀਆਂ ਭਿਆਨਕ ਬਿਮਾਰੀਆਂ ਖੜੀਆਂ ਹਨ ਜਿਨ੍ਹਾਂ ਦਾ ਅਜੇ ਤੱਕ ਕੋਈ ਵੀ ਪੱਕਾ ਇਲਾਜ ਨਹੀਂ ਲੱਭਿਆ ਜਾ ਸਕਿਆ ਜੀ। ਮਾਈਗ੍ਰੇਨ ਵੀ ਉਹਨਾਂ ਹੀ ਮੁੱਖ ਬਿਮਾਰੀਆਂ ਵਿੱਚੋਂ ਇੱਕ ਹੈ, ਕਿਉਂਕਿ ਪੂਰੇ ਸੰਸਾਰ ਦੇ ਸਾਇੰਸਦਾਨ ਅਤੇ ਖੋਜਕਾਰਾਂ ਵੱਲੋਂ ਅੱਜ ਤੱਕ ਜੋ ਵੀ ਰਿਸਰਚ ਕੀਤੀ ਗਈ ਹੈ, ਉਸ ਖੋਜ ਦੁਆਰਾ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਕਿਸੇ ਵੀ ਮੈਡੀਕਲ ਪ੍ਰਣਾਲੀ ਵਿੱਚ ਮਾਈਗ੍ਰੇਨ ਦਾ ਪੱਕਾ ਇਲਾਜ ਸੰਭਵ ਨਹੀਂ। ਸੋ ਜਿਸ ਕਰਕੇ ਬਹੁਤ ਸਾਰੇ ਡਾਕਟਰ ਸਾਹਿਬਾਨ ਮਾਈਗ੍ਰੇਨ ਦੇ ਨਾਲ ਰਹਿਣ ਲਈ ਸਿੱਖਿਅਤ ਹੁੰਦੇ ਹਨ। ਮਾਈਗ੍ਰੇਨ ਦਾ ਇਲਾਜ ਸਿਰ ਦਰਦ ਤੋਂ ਛੁਟਕਾਰਾ ਪਾਉਣ ਅਤੇ ਆਉਣ ਵਾਲੇ ਸਮੇਂ ਵਿੱਚ ਅਟੈਕ ਨੂੰ ਰੋਕਣ ਲਈ ਵਿੱਚ ਮਦਦਗਾਰ ਹੋ ਸਕਦਾ ਹੈ ਅਤੇ ਮਾਈਗ੍ਰੇਨ ਦੀਆਂ ਦਵਾਈਆਂ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਜੀ ਡਾਕਟਰ ਸਾਹਿਬ, ਨੰਬਰ 1 ਦਰਦ ਰੋਕਣ ਵਾਲੀਆਂ ਦਵਾਈਆਂ, ਨੰਬਰ 2 ਹਾਈ ਬਲੱਡ ਪ੍ਰੈਸ਼ਰ ਭਾਵ ਵਧੇ ਹੋਏ ਖੂਨ ਦੇ ਦਬਾਅ ਨੂੰ ਘੱਟ ਕਰਨ ਵਾਲੀਆਂ ਦਵਾਈਆਂ। ਕੁਝ ਐਂਟੀ ਐਲਰਜੀ ਅਤੇ ਐਂਟੀ ਹਿਸਟਾਮਾਈਨਸ ਦਵਾਈਆਂ, ਜਿਨ੍ਹਾਂ ਵਿੱਚ ਸਾਈਪਰੋਹੈਪਟਾਡਾਈਨ ਅਤੇ ਡਿਪੈਨਹਾਈਡਰਾਮਾਈਨ ਸ਼ਾਮਲ ਹਨ। ਇਸ ਤੋਂ ਇਲਾਵਾ ਐਕਸੇਡਰੀਨ ਮਾਈਗ੍ਰੇਨ, ਜਿਸ ਵਿੱਚ ਐਸਟਾਮਿਨੋਫਿਨ ਅਤੇ ਐਸਪਰੀਨ ਨੂੰ ਕੈਫਾਈਨ ਦੇ ਨਾਲ ਮਿਲਾ ਕੇ ਮਾਈਗ੍ਰੇਨ ਦੇ ਅਟੈਕ ਵਿੱਚ ਨਜਿੱਠਣ ਲਈ ਵਰਤਿਆ ਜਾਂਦਾ ਹੈ। ਅਗਰ ਮਾਈਗ੍ਰੇਨ ਨਾਲ ਹੋ ਰਹੇ ਸਵੀਅਰ ਹੈਡੇਕ ਭਾਵ ਬਹੁਤ ਹੀ ਜ਼ਿਆਦਾ ਹੋ ਰਹੇ ਸਿਰ ਦਰਦ ਉੱਪਰ ਕੋਈ ਵੀ ਸਧਾਰਨ ਦਵਾਈ ਕੰਮ ਨਾ ਕਰੇ ਤਾਂ ਫਿਰ ਮਾਈਗ੍ਰੇਨ ਵਿੱਚ ਨਿਊਰੋਲੋਜੀਕਲ ਚੇਂਜਸ ਭਾਵ ਰਕਤ ਕੋਸ਼ਿਕਾਵਾਂ ਦੇ ਹੋ ਰਹੇ ਵਿਸ਼ਿਸ਼ਟ ਪ੍ਰਕਾਰ ਦੇ ਸਿਰ ਦਰਦ ਦਾ ਕਾਰਨ ਬਣਦਾ ਹੈ। ਇਸ ਦਰਦ ਤੋਂ ਰਾਹਤ ਪਾਉਣ ਲਈ ਟ੍ਰਿਪਟਨ ਨੂੰ ਜਾਣਿਆ ਜਾਂਦਾ ਹੈ। ਇਹੋ ਦਵਾਈ ਟੈਬਲੇਟ, ਇੰਜੈਕਸ਼ਨ ਅਤੇ ਨੱਕ ਦੇ ਸਪਰੇਅ ਦੇ ਰੂਪ ਵਿੱਚ ਮੈਡੀਕਲ ਸਟੋਰਾਂ 'ਤੇ ਮਿਲ ਜਾਂਦੀ ਹੈ। ਭਾਵੇਂ ਇਹਨਾਂ ਵਿੱਚੋਂ ਕੋਈ ਵੀ ਦਵਾਈ ਸਿਰ ਦਰਦ ਨੂੰ ਸੰਪੂਰਨ ਰੂਪ ਵਿੱਚ ਠੀਕ ਨਹੀਂ ਕਰ ਸਕਦੀ, ਬਟ ਜਿਵੇਂ ਇੰਗਲਿਸ਼ ਵਿੱਚ ਇੱਕ ਬਹੁਤ ਹੀ ਵਧੀਆ ਮੁਹਾਵਰਾ ਹੈ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਮਤਲਬ ਅੱਤ ਹਰੇਕ ਚੀਜ਼ ਦੀ ਮਾੜੀ ਹੁੰਦੀ ਹੈ ਜੀ। ਸੋ ਇਸੇ ਤਰ੍ਹਾਂ ਇਹਨਾਂ ਦਵਾਈਆਂ ਦੇ ਜ਼ਿਆਦਾ ਅਤੇ ਲਗਾਤਾਰ ਵਰਤੋਂ ਦੇ ਕਈ ਤਰ੍ਹਾਂ ਦੇ ਸਾਈਡ ਇਫੈਕਟ ਹੋ ਸਕਦੇ ਹਨ। ਇਸੇ ਲਈ ਬਿਨਾਂ ਕਿਸੇ ਡਾਕਟਰ ਦੀ ਸਲਾਹ ਬਗੈਰ ਕਿਸੇ ਵੀ ਦਵਾਈ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਜੀ। ਡਾਕਟਰ ਸਾਹਿਬ, ਮੇਰਾ ਅਗਲਾ ਕੁਐਸਚਨ ਇਹ ਹੈ, ਅਗਰ ਕੋਈ ਮਾਈਗ੍ਰੇਨ ਤੋਂ ਪੀੜਤ ਵਿਅਕਤੀ ਜੀ ਆਪਣਾ ਘਰੇਲੂ ਇਲਾਜ ਕਰਨਾ ਚਾਹੇ
ਤਾਂ ਉਹ ਕਿਵੇਂ ਅਤੇ ਕਿਸ ਤਰੀਕੇ ਨਾਲ ਆਪਣਾ ਇਲਾਜ ਕਰ ਸਕਦਾ ਹੈ? ਕੀ ਆਯੁਰਵੇਦ ਵਿੱਚ ਇਹ ਸੰਭਵ ਹੈ? ਜੀ ਬਿਲਕੁਲ, ਤੁਸੀਂ ਇਹ ਬਹੁਤ ਵਧੀਆ ਸਵਾਲ ਪੁੱਛਿਆ। ਮਾਈਗ੍ਰੇਨ ਤੋਂ ਪੀੜਤ ਮਰੀਜ਼ ਆਪਣੇ ਮੱਥੇ, ਗਰਦਨ ਅਤੇ ਖੋਪੜੀ ਉੱਪਰ ਬਰਫ਼ ਦੀ ਟਕੋਰ ਕਰ ਸਕਦਾ ਹੈ। ਜੀ। ਕੈਫੀਨ ਦਾ ਸੇਵਨ ਵੀ ਬਹੁਤ ਲਾਭਦਾਇਕ ਹੈ, ਜੋ ਕੌਫੀ ਅਤੇ ਹੋਰ ਖਾਦ ਪਦਾਰਥਾਂ ਵਿੱਚ ਮੌਜੂਦ ਹੁੰਦਾ ਹੈ, ਜੋ ਨਾ ਕੇਵਲ ਸਿਰ ਦਰਦ ਨੂੰ ਰਾਹ ਦਿੰਦਾ ਹੈ, ਸਗੋਂ ਮਾਈਗ੍ਰੇਨ ਲਈ ਖਾਣ ਵਾਲੀਆਂ ਦਵਾਈਆਂ ਨੂੰ ਵੱਧ ਕੰਮ ਕਰਨ ਵਿੱਚ ਵੀ ਮਦਦ ਕਰਦਾ ਹੈ। ਜੀ। ਹਨੇਰੇ ਅਤੇ ਸ਼ਾਂਤ ਵਾਤਾਵਰਣ ਵਿੱਚ ਰਾਹਤ ਮਿਲ ਸਕਦੀ ਹੈ। ਕਸਰਤ ਕਰਨ ਨਾਲ ਜੋ ਦਰਦ ਨਾਲ ਲੜਨ ਵਾਲੇ ਅੰਡੋਰਵਿਨ ਪੈਦਾ ਹੁੰਦੇ ਹਨ, ਉਹ ਦਰਦ ਨੂੰ ਰਾਹਤ ਦੇਣ, ਰੋਗੀ ਨੂੰ ਭਰਪੂਰ ਨੀਂਦ ਲੈਣ ਅਤੇ ਮਾਈਗ੍ਰੇਨ ਦੇ ਅਟੈਕ ਨੂੰ ਰੋਕਣ ਵਿੱਚ ਮਦਦ ਕਰਦੇ ਨੇ। ਬਟ ਜਦੋਂ ਮਾਈਗ੍ਰੇਨ ਦਾ ਅਟੈਕ ਸ਼ੁਰੂ ਹੋ ਜਾਏ ਤਾਂ ਇਹ ਕਸਰਤ ਕਰਨ ਵਾਲੀ ਗਲਤੀ ਕਦੀ ਨਹੀਂ ਕਰਨੀ ਚਾਹੀਦੀ। ਠੀਕ ਹੈ। ਕਿਉਂਕਿ ਇਸ ਨਾਲ ਜ਼ਿਆਦਾ ਸਿਰ ਦਰਦ ਹੋ ਸਕਦਾ ਹੈ। ਅਗਰ ਕਿਸੇ ਮਰੀਜ਼ ਨੂੰ ਨੀਂਦ ਘੱਟ ਆ ਰਹੀ ਹੋਵੇ, ਜੀ, ਉਸ ਨੂੰ ਰਾਤ ਨੂੰ ਸੌਣ ਸਮੇਂ ਆਪਣੀ ਹੈਸੀਅਤ ਮੁਤਾਬਕ ਆਪਣੇ ਪੈਰਾਂ ਦੀਆਂ ਤਲੀਆਂ ਉੱਪਰ ਨਾਰੀਅਲ ਦਾ ਤੇਲ, ਬਦਾਮ ਰੋਗਨ ਜਾਂ ਸਰੋਂ ਦੇ ਤੇਲ ਦੀ ਮਾਲਿਸ਼ ਕਰਨੀ ਚਾਹੀਦੀ, ਤਾਂ ਜੋ ਪੂਰੀ ਨੀਂਦ ਆ ਸਕੇ। ਇਸ ਤੋਂ ਇਲਾਵਾ ਬਦਾਮ ਰੋਗਨ 2-2 ਬੂੰਦਾਂ ਨੱਕ ਵਿੱਚ ਪਾਉਣਾ, ਅੱਧਾ ਚਮਚ ਰਾਤ ਨੂੰ ਸੌਣ ਵੇਲੇ ਦੁੱਧ ਵਿੱਚ ਮਿਕਸ ਕਰਕੇ ਰੋਜ਼ਾਨਾ ਬਦਾਮ ਰੋਗਨ ਪੀਣਾ, ਮੇਦਾਵਟੀ ਰਾਤ ਨੂੰ ਸੌਣ ਵੇਲੇ 2 ਗੋਲੀਆਂ। ਜੀ। ਜਦ ਨੀਂਦ ਕੁਝ ਜ਼ਿਆਦਾ ਆ ਜਾਵੇ, ਜ਼ਿਆਦਾ ਆਉਣ ਲੱਗ ਜਾਏ ਤਾਂ ਮੇਦਾਵਟੀ 1 ਗੋਲੀ ਕਰ ਦੇਣੀ ਚਾਹੀਦੀ ਹੈ। ਕੁਝ ਸਮੇਂ ਬਾਅਦ ਜਦ ਨੀਂਦ ਪੂਰੀ ਆਉਣ ਲੱਗ ਜਾਏ ਤਾਂ ਇਹ ਗੋਲੀ ਬਿਲਕੁਲ ਬੰਦ ਕਰ ਸਕਦੇ ਹਾਂ। ਜੀ। ਕਿਉਂਕਿ ਅਸੀਂ ਆਪਣੇ ਸਰੀਰ ਨੂੰ ਦਵਾਈਆਂ ਉੱਪਰ ਨਿਰਭਰ ਨਹੀਂ ਰਹਿਣ ਦੇਣਾ। ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਵਿੱਚ ਨਟਸ, ਸਾਬਤ ਅਨਾਜ ਵਿੱਚ ਪਾਇਆ ਜਾਣ ਵਾਲਾ ਮੈਗਨੀਸ਼ੀਅਮ ਮਾਈਗ੍ਰੇਨ ਦੇ ਅਟੈਕ ਨੂੰ ਰੋਕਣ ਵਿੱਚ ਮਦਦ ਕਰਦਾ ਹੈ। ਰਾਤ ਨੂੰ ਪੂਰੀ ਨੀਂਦ 6 ਤੋਂ 8 ਘੰਟੇ ਤੱਕ ਅਟੈਕ ਨੂੰ ਰੋਕਣ ਵਿੱਚ ਮਦਦਗਾਰ ਹੈ। ਇਹ ਨੀਂਦ ਲੈਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਜ਼ਿਆਦਾ ਜਾਂ ਘੱਟ ਨੀਂਦ ਵੀ ਟ੍ਰਿਗਰ ਕਾਰਕ ਹੈ। ਰੋਜ਼ਾਨਾ ਯੋਗ ਕਰਨਾ ਵੀ ਅਟੈਕ ਅਤੇ ਦਰਦ ਨੂੰ ਵੀ ਘੱਟ ਕਰਨ ਵਿੱਚ ਮਦਦ ਕਰਦਾ। ਜੀ, ਠੀਕ ਹੈ। ਵਿਟਾਮਿਨ B2 ਦੁੱਧ, ਪਨੀਰ, ਚਿਕਨ, ਮੱਛਲੀ ਵਿੱਚ ਪਾਏ ਜਾਣ ਵਾਲਾ ਰਾਈਬੋਫਲੇਵਿਨ ਵੀ ਅਟੈਕ ਤੋਂ ਬਚਾਉਂਦਾ ਹੈ। ਡਾਕਟਰ ਸਾਹਿਬ, ਮੇਰਾ ਅਗਲਾ ਕੁਐਸਚਨ ਇਹ ਹੈ, ਜਦ ਕੋਈ ਦਵਾਈ ਕੰਮ ਨਹੀਂ ਕਰਦੀ ਜਾਂ ਦਵਾਈ ਘੱਟ ਕੰਮ ਕਰਦੀ ਹੈ ਤਾਂ ਮਰੀਜ਼ ਦਰਦ ਤੋਂ ਰਾਹਤ ਪਾਉਣ ਲਈ ਹੋਰ ਕੀ ਬਦਲਵਾਂ ਇਲਾਜ ਕਰ ਸਕਦਾ ਹੈ? ਜੀ ਬਿਲਕੁਲ ਸਤੀਸ਼ ਜੀ, ਅਗਰ ਕੋਈ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਚੁੱਕੇ ਮਾਈਗ੍ਰੇਨ ਦਾ ਮਰੀਜ਼ ਹੋਏ, ਉਸ ਨੂੰ ਦਵਾਈ ਦੇ ਨਾਲ ਐਕਿਊਪੰਕਚਰ, ਬਾਇਓਫੀਡ ਬੈਕ ਮਸਾਜ ਥੈਰੇਪੀ, ਸੰਗਿਆਨਾਤਮਕ ਵਿਵਹਾਰ ਥੈਰੇਪੀ, ਐਕਿਊਪ੍ਰੈਸ਼ਰ ਅਤੇ ਯੋਗਾ ਉਹਨਾਂ ਮਰੀਜ਼ਾਂ ਲਈ ਕੁਝ ਗੈਰ ਪਰੰਪਰਕ ਤਰੀਕੇ ਹਨ। ਠੀਕ ਹੈ। ਜਦ ਕਿ ਅਧਿਐਨ ਵਿੱਚ ਇਸ ਦੇ ਮਿਲਦੇ ਜੁਲਦੇ ਰਿਜ਼ਲਟ ਦਿਖਾਈ ਦਿੱਤੇ, ਜੋ ਕੁਝ ਹੱਦ ਤੱਕ ਮਾਈਗ੍ਰੇਨ ਦੇ ਦਰਦ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਦੇ ਹਨ। ਜੀ। ਡਾਕਟਰ ਸਾਹਿਬ, ਉਹ ਕਿਹੜੇ ਟ੍ਰਿਗਰ ਨੇ, ਜਿਹਦੇ ਤੁਸੀਂ ਟ੍ਰਿਗਰਾਂ ਦਾ ਨਾਮ ਲਿੱਤਾ, ਉਹ ਕਿਹੜੇ ਟ੍ਰਿਗਰ ਏਜੰਟਸ ਹਨ ਜੋ ਮਾਈਗ੍ਰੇਨ ਤੋਂ ਪ੍ਰਭਾਵਿਤ ਕਰਦੇ ਹਨ? ਸਤੀਸ਼ ਜੀ, ਤੁਸੀਂ ਇਹ ਇੱਕ ਬਹੁਤ ਹੀ ਮਹੱਤਵਪੂਰਨ ਸਵਾਲ ਕੀਤਾ ਹੈ ਕਿ ਇਹ ਪਤਾ ਲਗਾਉਣਾ ਅਤੀ ਜ਼ਰੂਰੀ ਹੈ ਕਿ ਮਾਈਗ੍ਰੇਨ ਨੂੰ ਕਿਹੜੇ ਟ੍ਰਿਗਰ ਏਜੰਟ, ਮਾਈਗ੍ਰੇਨ ਦੇ ਅਟੈਕ ਨੂੰ ਕਿਹੜੀ ਚੀਜ਼ ਟ੍ਰਿਗਰ ਕਰਦੀ ਹੈ। ਜੀ। ਭਾਵ ਸ਼ੁਰੂ ਕਰਦੀ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮਾਈਗ੍ਰੇਨ ਦਾ ਮਰੀਜ਼ ਰੋਜ਼ਾਨਾ ਖਾਣ ਪੀਣ ਵਾਲੀਆਂ ਵਸਤੂਆਂ ਦਾ ਪੂਰਾ ਧਿਆਨ ਰੱਖੇ ਕਿ ਉਹ ਰੋਜ਼ਾਨਾ ਕੀ ਖਾ ਅਤੇ ਪੀ ਰਿਹਾ। ਜਿਸ ਦਿਨ ਵੀ ਮਰੀਜ਼ ਨੂੰ ਮਾਈਗ੍ਰੇਨ ਦਾ ਅਟੈਕ ਹੋਇਆ ਹੋਵੇ, ਮਰੀਜ਼ ਨੂੰ ਇਹ ਪਤਾ ਹੋਣਾ ਚਾਹੀਦਾ ਉਸਨੇ ਕੀ ਖਾਧਾ ਅਤੇ ਪੀਤਾ ਸੀ। ਜੀ। ਅਤੇ ਇਹ ਦੇਖਣਾ ਅਤੇ ਸਮਝਣਾ ਅਤੀ ਜ਼ਰੂਰੀ ਹੋਵੇਗਾ ਕਿ ਕਿਤੇ ਇਹੀ ਚੀਜ਼ ਖਾਣ ਜਾਂ ਪੀਣ ਦੇ ਨਾਲ ਮਾਈਗ੍ਰੇਨ ਦਾ ਹਮਲਾ ਤਾਂ ਨਹੀਂ ਹੋਇਆ। ਜੇਕਰ ਤੁਹਾਨੂੰ ਇਹ ਗੱਲ ਸਹੀ ਲੱਗੇ ਤਾਂ ਅੱਗੇ ਤੋਂ ਉਸ ਵਸਤੂ ਨੂੰ ਖਾਣ ਜਾਂ ਪੀਣ ਤੋਂ ਪਰਹੇਜ਼ ਕਰਨ ਨਾਲ ਵੀ ਕਾਫੀ ਹੱਦ ਤੱਕ ਮਾਈਗ੍ਰੇਨ ਦੇ ਅਟੈਕ 'ਤੇ ਕਾਬੂ ਪਾਇਆ ਜਾ ਸਕਦਾ ਹੈ। ਜੀ। ਡਾਕਟਰ ਸਾਹਿਬ, ਇਸ ਤੋਂ ਇਲਾਵਾ ਮਾਈਗ੍ਰੇਨ ਦੇ ਮਰੀਜ਼ ਨੂੰ ਹੋਰ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜੋ ਮਾਈਗ੍ਰੇਨ ਦੇ ਅਟੈਕ ਨੂੰ ਰੋਕਿਆ ਜਾ ਸਕੇ? ਜੀ ਬਿਲਕੁਲ। ਆਓ ਅੱਜ ਤੁਹਾਡੇ ਨਾਲ ਤੰਦਰੁਸਤ ਰਹਿਣ ਲਈ ਕੁਝ ਹੋਰ ਜ਼ਰੂਰੀ ਨੁਕਤੇ ਸਾਂਝੇ ਕਰਦੇ ਹਾਂ। ਜੀ। ਰੋਜ਼ਮਰਰਾ ਦੀ ਜ਼ਿੰਦਗੀ ਵਿੱਚ ਨੈਚੁਰਲ ਕੁਦਰਤੀ ਭੋਜਨ ਖਾਓ। ਜੀ। ਇਸ ਭੋਜਨ ਨਾਲ ਮਾਈਗ੍ਰੇਨ ਰੋਕਣ ਵਿੱਚ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਪ੍ਰੋਸੈਸਡ ਭੋਜਨ, ਭਾਵ ਡਿੱਬਾਬੰਦ ਭੋਜਨ, ਚੀਨੀ,
MSG ਭਾਵ ਮੋਨੋਸੋਡੀਅਮ ਗਲੂਟਾਮੇਟ ਅਤੇ ਜੋ ਅਜੀਨੋਮੋਟੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਜਿਸ ਦੀ ਵਰਤੋਂ ਫਾਸਟ ਫੂਡ ਵਿੱਚ ਕੀਤੀ ਜਾਂਦੀ ਹੈ। ਇੱਕ ਮੋਟਾ ਜਿਹਾ ਅੰਦਾਜ਼ਾ ਲਾਓ, ਜਦ ਅਸੀਂ ਆਪਣੇ ਕਿਸੇ ਸਕੇ ਸੰਬੰਧੀ ਦਾ ਦਾਹ ਸੰਸਕਾਰ ਕਰਦੇ ਹਾਂ ਤਾਂ ਉਸ ਮਰੇ ਵਿਅਕਤੀ ਦੀਆਂ ਹੱਡੀਆਂ ਨੂੰ ਗਾਲਣ ਵਾਸਤੇ ਉਸ ਦੀਆਂ ਹੱਡੀਆਂ ਦੀ ਰਾਖ ਬਣਾਉਣ ਵਾਸਤੇ ਸੰਸਕਾਰ ਕਰਦੇ ਹਾਂ। ਇਸੇ ਤਰ੍ਹਾਂ ਵਿਦੇਸ਼ਾਂ ਵਿੱਚ ਮੁਰਦੇ ਦੀਆਂ ਹੱਡੀਆਂ ਨੂੰ ਗਾਲਣ ਲਈ ਸੋਡੀਅਮ ਗਲੂਟਾਮੇਟ ਯਾਨੀ ਅਜੀਨੋਮੋਟੋ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਮੁਰਦੇ ਦੀਆਂ ਹੱਡੀਆਂ ਦੀ ਰਾਖ ਬਣਾ ਦਿੰਦਾ ਜੀ। ਇਹ ਜੋ ਅਜੀਨੋਮੋਟੋ ਕੈਮੀਕਲ ਹੈ, ਇਹ ਜੀਭ ਦੇ ਸਵਾਦ ਤੋਂ ਬਿਨਾਂ ਕੁਝ ਵੀ ਨਹੀਂ, ਬਟ ਇਹ ਇੱਕ ਸਲੋ ਪੋਇਜ਼ਨ ਹੈ ਜਿਸ ਦੀ ਵਰਤੋਂ ਹਰ ਫਾਸਟ ਫੂਡ ਵਿੱਚ ਕੀਤੀ ਜਾਂਦੀ ਹੈ। ਪਿਆਰੇ ਦਰਸ਼ਕੋ, ਜੋ ਕੈਮੀਕਲ ਇੱਕ ਮੁਰਦੇ ਦੀਆਂ ਹੱਡੀਆਂ ਦੀ ਕੁਝ ਹੀ ਸਮੇਂ ਵਿੱਚ ਰਾਖ ਬਣਾ ਸਕਦਾ ਹੈ, ਅਗਰ ਉਹ ਕੈਮੀਕਲ ਜਿੰਦਾ ਇਨਸਾਨ ਦੇ ਅੰਦਰ ਜਾਏ ਤਾਂ ਉਹ ਇਨਸਾਨ ਤੰਦਰੁਸਤ ਕਿਵੇਂ ਰਹਿ ਸਕਦਾ ਹੈ। ਜਿੱਥੇ ਇਸ ਕੈਮੀਕਲ ਦੇ ਅੰਦਰ ਜਾਣ ਨਾਲ ਇਨਸਾਨ ਦੀਆਂ ਹੱਡੀਆਂ ਖੁਰਦੀਆਂ ਹਨ, ਯਾਦਾਸ਼ਤ ਕਮਜ਼ੋਰ ਹੁੰਦੀ ਹੈ, ਉੱਥੇ ਕਈ ਤਰ੍ਹਾਂ ਦੀ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ। ਹੁਣ ਤੁਸੀਂ ਖੁਦ ਇਹ ਦੱਸੋ, ਇਹੋ ਜਿਹੀ ਘਾਤਕ ਕੈਮੀਕਲ ਖਾ ਕੇ ਤੁਸੀਂ ਤੰਦਰੁਸਤ ਰਹਿਣ ਦੀ ਆਸ ਕਿਵੇਂ ਰੱਖ ਸਕਦੇ ਹੋ। ਇਸ ਤੋਂ ਇਲਾਵਾ ਕੇਲਾ, ਚਾਵਲ, ਡਬਲ ਰੋਟੀ, ਕੋਈ ਵੀ ਬਜ਼ਾਰੀ ਸੂਪ, ਮੱਕੀ ਦੀ ਛੱਲੀ ਜਾਂ ਮੱਕੀ ਦੇ ਦਾਣਿਆਂ ਤੋਂ ਬਣੀ ਕੋਈ ਵੀ ਵਸਤੂ ਅਤੇ ਨਾਈਟ੍ਰਾਈਟ ਦੇ ਤੋਂ ਪਰਹੇਜ਼ ਕਰੋ, ਕਿਉਂਕਿ ਇਹ ਸਭ ਟ੍ਰਿਗਰ ਮਾਈਗ੍ਰੇਨ ਹੋ ਸਕਦੇ ਨੇ ਜੀ। ਡਾਕਟਰ ਸਾਹਿਬ ਜੀ, ਜਿਸ ਤਰ੍ਹਾਂ ਮੈਂ ਮਾਈਗ੍ਰੇਨ ਤੋਂ ਪੀੜਿਤ ਅਜਿਹੇ ਮਰੀਜ਼ਾਂ ਨੂੰ ਕਈ ਚੰਗੀ ਤਰ੍ਹਾਂ ਜਾਣਦਾ ਜੋ 10-10 15-15 ਸਾਲ ਤੋਂ ਮਾਈਗ੍ਰੇਨ ਦੀਆਂ ਦਵਾਈਆਂ ਖਾ ਰਹੇ ਨੇ, ਉਹਨਾਂ ਦਾ ਕਹਿਣਾ ਸਾਨੂੰ ਕਿਤੋਂ ਵੀ ਰਾਹਤ ਨਹੀਂ ਮਿਲੀ। ਫਿਰ ਮੈਂ ਕਈ ਐਲੋਪੈਥਿਕ ਡਾਕਟਰਾਂ ਸਾਹਿਬਾਨਾਂ ਨਾਲ ਵੀ ਇਸ ਬਿਮਾਰੀ ਬਾਰੇ ਡਿਸਕਸ ਕੀਤੀ, ਪਰ ਉਹਨਾਂ ਦਾ ਵੀ ਕਹਿਣਾ ਹੈ ਕਿ ਇਸ ਬਿਮਾਰੀ ਦਾ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ ਲੱਭਿਆ ਜਾ ਸਕਿਆ। ਡਾਕਟਰ ਸਾਹਿਬ, ਤੁਹਾਡਾ ਇਸ ਬਿਮਾਰੀ ਸੰਬੰਧੀ ਬਹੁਤ ਲੰਬਾ ਤਜਰਬਾ ਹੈ ਜੀ। ਅੱਜ ਤੁਸੀਂ ਸਾਨੂੰ ਇਹ ਦੱਸੋ ਕਿ ਆਯੁਰਵੈਦਿਕ ਪ੍ਰਣਾਲੀ ਵਿੱਚ ਮਾਈਗ੍ਰੇਨ ਦਾ ਪੱਕਾ ਇਲਾਜ ਸੰਭਵ ਹੈ, ਤਾਂ ਜੋ ਅਸੀਂ ਲੋਕਾਂ ਨੂੰ ਅਵੇਅਰ ਕਰ ਸਕੀਏ ਤਾਂ ਕਿ ਪੀੜਤ ਮਰੀਜ਼ ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾ ਸਕੇ। ਜੀ ਬਿਲਕੁਲ। ਅੱਜ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੁਆਰਾ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਅਜੋਕੇ ਮਾਡਰਨ ਆਧੁਨਿਕ ਯੁੱਗ ਦੇ ਵਿਗਿਆਨੀਆਂ ਵੱਲੋਂ ਅੱਜ ਤੱਕ ਜੋ ਵੀ ਮਾਈਗ੍ਰੇਨ ਰਿਲੇਟਡ ਰਿਸਰਚ ਕੀਤੀ ਗਈ, ਉਸ ਤੋਂ ਸਪਸ਼ਟ ਰੂਪ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਕਿਸੇ ਵੀ ਮੈਡੀਕਲ ਪੈਥੀ ਵਿੱਚ ਮਾਈਗ੍ਰੇਨ ਦਾ ਪੱਕਾ ਇਲਾਜ ਸੰਭਵ ਨਹੀਂ ਜੀ। ਬਟ ਅੱਜ ਮੈਂ ਤੁਹਾਨੂੰ ਇਹ ਦੱਸਣਾ ਬਹੁਤ ਹੀ ਜ਼ਰੂਰੀ ਸਮਝਦਾ ਕਿ ਆਯੁਰਵੈਦ ਦੇ ਪ੍ਰਾਤਨ ਰਿਸ਼ੀਆਂ ਮੁਨੀਆਂ ਵੱਲੋਂ ਜਿੱਥੇ ਇਸ ਮਾਈਗ੍ਰੇਨ ਦੀ ਬਿਮਾਰੀ ਨੂੰ ਸੂਰਿਆਵਰਤ ਅਤੇ ਆਧਾ ਸੀਸੀ ਸਿਰ ਦਰਦ ਦਾ ਨਾਮ ਦਿੱਤਾ, ਉੱਥੇ ਇਸ ਦਾ ਪੱਕਾ ਇਲਾਜ ਵੀ ਲੱਭਿਆ। ਅੱਜ ਹਜ਼ਾਰਾਂ ਸਾਲ ਬਾਅਦ ਵੀ ਉਸੇ ਪ੍ਰਾਤਨ ਆਯੁਰਵੈਦਿਕ ਵਿਧੀ ਦੁਆਰਾ ਜੜੀ ਬੂਟੀਆਂ ਨਾਲ ਮਾਈਗ੍ਰੇਨ ਦਾ ਪੱਕਾ ਸਫਲ ਇਲਾਜ ਅੱਜ ਵੀ ਸੰਭਵ ਹੈ ਜੀ। ਦੇਸ਼ ਵਿਦੇਸ਼ ਦੇ ਮਾਈਗ੍ਰੇਨ ਦੇ ਸਾਰੇ ਮਰੀਜ਼ਾਂ ਨੂੰ ਮੇਰੀ ਇਹ ਗੱਲ ਸੁਣ ਕੇ ਬਹੁਤ ਹੀ ਖੁਸ਼ੀ ਹੋਵੇਗੀ ਕਿ ਸਾਡੇ ਸੈਂਟਰ ਦੇ ਮਾਹਿਰ ਆਯੁਰਵੈਦਿਕ ਡਾਕਟਰ ਸਾਹਿਬਾਨਾਂ ਵੱਲੋਂ ਕੀਤੇ ਇਲਾਜ ਦੁਆਰਾ ਮਾਈਗ੍ਰੇਨ ਦੀ ਭਿਆਨਕ ਬਿਮਾਰੀ ਤੋਂ ਹੋ ਰਹੇ ਸਿਰ ਦਰਦ ਨੂੰ ਪਹਿਲੇ ਹੀ ਦਿਨ ਤੋਂ ਆਰਾਮ ਆਉਣਾ ਸ਼ੁਰੂ ਹੋ ਜਾਂਦਾ ਹੈ, ਜੋ ਹੌਲੀ-ਹੌਲੀ ਕੁਝ ਸਮੇਂ ਦੌਰਾਨ ਸਿਰ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ। ਸੋ ਇਸ ਆਯੁਰਵੈਦਿਕ ਇਲਾਜ ਨਾਲ ਮਾਈਗ੍ਰੇਨ ਦੇ ਮਰੀਜ਼ ਇਸ ਡੇਂਜਰਸ ਬਿਮਾਰੀ ਤੋਂ ਛੁਟਕਾਰਾ ਪਾ ਕੇ ਸੁੱਖ ਚੈਨ ਦੀ ਜ਼ਿੰਦਗੀ ਜੀ ਸਕਦੇ ਹਨ। ਅਗਰ ਕੋਈ ਮਰੀਜ਼ ਇਸ ਮਾਈਗ੍ਰੇਨ ਦਾ ਪੱਕਾ ਇਲਾਜ ਕਰਵਾਉਣ ਦਾ ਇੱਛੁਕ ਹੋਏ ਤਾਂ ਉਹ ਆਯੁਰਵੈਦ ਦੀ ਹਜ਼ਾਰਾਂ ਸਾਲ ਪ੍ਰਾਤਨ ਵਿਧੀ ਦੁਆਰਾ ਅੱਜ ਵੀ ਮਾਈਗ੍ਰੇਨ ਦਾ 100% ਆਯੁਰਵੈਦਿਕ ਸਫਲ ਇਲਾਜ ਕਰਵਾ ਸਕਦਾ ਹੈ। ਅੱਜ ਮੈਂ ਤੁਹਾਨੂੰ ਇੱਥੇ ਇਹ ਦੱਸਦੇ ਹੋਏ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਕਰਦਾ ਹਾਂ ਕਿ ਸਾਡੇ ਕੋਲ ਸੈਂਕੜਿਆਂ ਦੀ ਗਿਣਤੀ ਵਿੱਚ ਮਾਈਗ੍ਰੇਨ ਦੇ ਅਜਿਹੇ ਮਰੀਜ਼ ਹਨ ਜਿਨ੍ਹਾਂ ਨੇ ਸਾਡੇ ਸੈਂਟਰ ਤੋਂ ਇਲਾਜ ਕਰਵਾਉਣ ਉਪਰੰਤ 10-10 ਸਾਲਾਂ ਤੋਂ ਉਹਨਾਂ ਮਰੀਜ਼ਾਂ ਦਾ ਕਹਿਣਾ ਹੈ ਕਿ ਉਹਨਾਂ ਕਦੀ ਵੀ ਪੇਨ ਕਿਲਰ ਦੀ ਇੱਕ ਗੋਲੀ ਸਹੁੰ ਖਾਣ ਵਾਲੀ ਵੀ ਨਹੀਂ ਖਾਧੀ। ਉਹ ਅੱਜ 10-10 ਸਾਲ ਬਾਅਦ ਵੀ ਤੰਦਰੁਸਤ ਚੱਲ ਰਹੇ ਹਨ। ਇਸ ਤੋਂ ਇਲਾਵਾ 20-20 ਸਾਲਾਂ ਤੋਂ ਮਾਈਗ੍ਰੇਨ ਤੋਂ ਪੀੜਤ ਸਾਡੇ ਸੈਂਟਰ ਦੇ ਇਲਾਜ ਨਾਲ ਠੀਕ ਹੋਏ ਮਰੀਜ਼ਾਂ ਦੀਆਂ ਵੀਡੀਓ ਸਾਡੇ ਤੁਸੀਂ YouTube ਚੈਨਲ ਨੈਚੁਰੋਵਿਜ਼ਨ ਸੈਂਟਰ ਪਟਿਆਲਾ 'ਤੇ ਖੁਦ ਦੇਖ ਅਤੇ ਸੁਣ ਸਕਦੇ ਹੋ। ਡਾਕਟਰ ਸਾਹਿਬ, ਅਖੀਰ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਸਤੀਸ਼ ਜੀ, ਮੈਂ ਸਮਝਦਾ ਕਿ ਸਾਰੇ ਦਰਸ਼ਕ
ਬਹੁਤ ਹੀ ਪੜ੍ਹੇ ਲਿਖੇ ਅਤੇ ਬਹੁਤ ਹੀ ਸੂਝਵਾਨ ਹਨ। ਹੁਣ ਉਹ ਇਸ ਗੱਲ ਤੋਂ ਭਲੀ ਭਾਂਤ ਜਾਣੂ ਹੋ ਹੀ ਗਏ ਹੋਣਗੇ ਕਿ ਆਯੁਰਵੈਦ ਪ੍ਰਣਾਲੀ ਤੋਂ ਬਿਨਾਂ ਕਿਸੇ ਹੋਰ ਪ੍ਰਣਾਲੀ ਵਿੱਚ ਮਾਈਗ੍ਰੇਨ ਦਾ ਪੱਕਾ ਇਲਾਜ ਸੰਭਵ ਨਹੀਂ। ਆਯੁਰਵੇਦ ਦੇ ਪ੍ਰਾਤਨ ਰਿਸ਼ੀਆਂ ਮੁਨੀਆਂ ਦੁਆਰਾ ਮਾਈਗ੍ਰੇਨ ਦੇ ਇਲਾਜ ਦੀ ਜੋ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਖੋਜ ਕੀਤੀ, ਉਸ ਪ੍ਰਾਤਨ ਵਿਧੀ ਦੁਆਰਾ ਸਾਡੇ ਬਜ਼ੁਰਗਾਂ ਭਾਵ ਸਾਡੇ ਪਿਤਾ ਜੀ ਵੈਦਰਾਜ ਯੋਗੀ ਸੰਤ ਕੁੰਦਨ ਸਿੰਘ ਜੀ ਫਰੀडम ਫਾਈਟਰ, ਜਿਨ੍ਹਾਂ ਨੇ ਆਯੁਰਵੈਦਿਕ ਯੂਨੀਵਰਸਿਟੀ ਆਫ ਲਾਹੌਰ ਪਾਕਿਸਤਾਨ ਤੋਂ ਵੈਦਰਾਜ ਯੋਗੀ ਦੀ ਡਿਗਰੀ ਪ੍ਰਾਪਤ ਕਰਕੇ ਉਹਨਾਂ ਹੀ ਪ੍ਰਾਤਨ ਜੜੀ ਬੂਟੀਆਂ ਨਾਲ ਹਰੇਕ ਬਿਮਾਰੀ ਦਾ ਹਜ਼ਾਰਾਂ ਮਰੀਜ਼ਾਂ ਨੂੰ ਮਯੂਸੀ ਭਰੀ ਜ਼ਿੰਦਗੀ ਤੋਂ ਛੁਟਕਾਰਾ ਦਿਵਾ ਕੇ ਤੰਦਰੁਸਤੀ ਦੇ ਰਸਤੇ ਤੋਰਿਆ। ਸਾਡੇ ਬਜ਼ੁਰਗਾਂ ਨੂੰ ਉਹ ਤੰਦਰੁਸਤ ਲੋਕ ਜੋ ਅੱਜ ਵੀ ਜ਼ਿੰਦਾ ਹਨ, ਉਹ ਉਹਨਾਂ ਅਤੇ ਉਹਨਾਂ ਵੱਲੋਂ ਕੀਤੇ ਇਲਾਜ ਨੂੰ ਅੱਜ ਵੀ ਯਾਦ ਕਰਦੇ ਹਨ ਅਤੇ ਅਸੀਂ ਉਹਨਾਂ ਦੇ ਪਾਏ ਪੂਰਨਿਆਂ ਉੱਪਰ ਜੀ ਚੱਲਦੇ ਹਾਂ। ਆਯੁਰਵੇਦ ਨੂੰ ਜ਼ਿੰਦਾ ਰੱਖਣ ਲਈ ਅਤੇ ਉਹਨਾਂ ਹੀ ਪ੍ਰਾਤਨ ਜੜੀ ਬੂਟੀਆਂ ਨਾਲ 100% ਆਯੁਰਵੈਦਿਕ ਇਲਾਜ ਦੇ ਨਾਲ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹਾਂ। ਜੀ ਡਾਕਟਰ ਸਾਹਿਬ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਇਹ ਵੀ ਦੱਸੋ, ਤੁਸੀਂ ਹੋਰ ਕਿਹੜੀਆਂ ਬਿਮਾਰੀਆਂ ਦਾ ਜੜੀ ਬੂਟੀਆਂ ਨਾਲ ਦੇਸੀ ਇਲਾਜ ਕਰਦੇ ਹੋ? ਜੀ ਬਿਲਕੁਲ। ਅਗਰ ਕਿਸੇ ਮਰੀਜ਼ ਨੂੰ ਅੱਖਾਂ ਦੀ ਸਮੱਸਿਆ ਹੋਵੇ, ਜਿਵੇਂ ਕਾਲਾ ਮੋਤੀਆ, ਅੱਖਾਂ ਦੇ ਪਰਦੇ ਖਰਾਬ, ਅੱਖਾਂ ਦੀ ਨਿਗਾਹ ਦਾ ਘੱਟ ਹੋਣਾ, ਅੰਬਲੋਪੀਆ, ਆਪਰੇਸ਼ਨ ਤੋਂ ਚਿੱਟੇ ਮੋਤੀ ਦੇ ਆਪਰੇਸ਼ਨ ਤੋਂ ਬਾਅਦ ਨਿਗਾਹ ਦਾ ਘੱਟ ਹੋਣਾ ਜਾਂ ਨਿਗਾਹ ਦਾ ਨਾ ਬਣਨਾ, ਆਪਰੇਸ਼ਨ ਤੋਂ ਬਾਅਦ ਨਿਗਾਹ ਘੱਟ ਹੋ ਗਈ ਹੋਵੇ, ਜਾਂ ਸ਼ੂਗਰ ਦੇ ਕਾਰਨ ਅੱਖਾਂ ਦੀ ਨਿਗਾਹ ਘੱਟ ਹੋ ਗਈ ਹੋਵੇ, ਜਾਂ ਸ਼ੂਗਰ ਦੇ ਕਾਰਨ ਅੱਖਾਂ ਦੇ ਪਰਦਿਆਂ 'ਤੇ ਖੂਨ ਜੰਮ ਗਿਆ ਹੋਵੇ, ਅਤੇ ਮਾਈਗ੍ਰੇਨ, ਗੁਰਦੇ ਦੀ ਪੱਥਰੀ, ਜੋੜ ਦਰਦ, ਬਵਾਸੀਰ, ਖਾਰਸ਼, ਸ਼ੂਗਰ, ਸ਼ੁਕਰਾਣੂਆਂ ਦੀ ਕਮੀ, ਇਸ ਤੋਂ ਇਲਾਵਾ ਇਸਤਰੀਆਂ ਤੇ ਮਰਦਾਂ ਦੇ ਗੁਪਤ ਰੋਗਾਂ ਦਾ ਵੀ ਸਾਡੇ ਸੈਂਟਰ ਵੱਲੋਂ ਆਯੁਰਵੈਦਿਕ ਤਰੀਕੇ ਨਾਲ ਸਫਲ ਇਲਾਜ ਕੀਤਾ ਜਾਂਦਾ ਹੈ। ਅੱਖਾਂ ਦੀ ਕਿਸੇ ਵੀ ਸਮੱਸਿਆ ਹੋਣ 'ਤੇ ਸਾਨੂੰ ਤੁਹਾਡੀ ਜ਼ਿੰਦਗੀ ਦੇ ਸਿਰਫ 20 ਮਿੰਟ, ਅਤੇ ਮਾਈਗ੍ਰੇਨ ਦੀ ਕਿਸੇ ਮਰੀਜ਼ ਨੂੰ ਪ੍ਰੋਬਲਮ ਹੋਵੇ ਤਾਂ ਤੁਹਾਡੀ ਜ਼ਿੰਦਗੀ ਦੇ ਸਾਨੂੰ ਸਿਰਫ 10 ਮਿੰਟ ਲਵਾਂਗੇ, ਅਤੇ ਇਸੇ ਦੌਰਾਨ ਹੀ ਵਾਹਿਗੁਰੂ ਦੀ ਮਿਹਰ ਸਦਕਾ ਤੁਹਾਨੂੰ ਰਿਜ਼ਲਟ ਮਿਲ ਜਾਵੇਗਾ। ਮੈਂ ਇੱਥੇ ਤੁਹਾਨੂੰ ਅੱਜ ਇੱਕ ਗੱਲ ਹੋਰ ਬਹੁਤ ਹੀ ਖਾਸ ਦੱਸਣ ਜਾ ਰਿਹਾ ਕਿ ਜੋ ਅੱਜ ਤੱਕ ਸਾਡੇ ਦੇਸ਼ ਕੌਮ ਲਈ ਸ਼ਹੀਦ ਹੋਏ ਹਨ, ਉਹਨਾਂ ਲਈ ਸਾਡੇ ਸੈਂਟਰ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਅਤੇ ਖੁਦਕੁਸ਼ੀ ਕਰ ਚੁੱਕੇ ਕਿਸਾਨਾਂ ਦੇ ਪਰਿਵਾਰਾਂ, ਸ਼ਹੀਦ ਹੋਏ ਫੌਜੀਆਂ ਦੇ ਪਰਿਵਾਰਾਂ, 1984 ਦੇ ਸ਼ਹੀਦ ਪਰਿਵਾਰਾਂ ਅਤੇ ਫਰੀडम ਫਾਈਟਰਸ ਦੇ ਪਰਿਵਾਰਾਂ ਦਾ ਇਲਾਜ ਸਾਡੇ ਸੈਂਟਰ ਵੱਲੋਂ 100% ਮੁਫਤ ਕੀਤਾ ਜਾਂਦਾ ਹੈ। ਸ਼ਹੀਦ ਚਾਹੇ ਕਿਸੇ ਵੀ ਜਾਤੀ, ਧਰਮ, ਨਸਲ ਦਾ ਹੋਵੇ, ਅਸੀਂ ਉਸ ਦਾ ਇਲਾਜ 100% ਮੁਫਤ ਕਰਨ ਦਾ ਵਾਅਦਾ ਕਰਦੇ ਹਾਂ। ਅੱਜ ਦੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਆਦਾਬ, ਸਤਿ ਸ੍ਰੀ ਅਕਾਲ, ਨਮਸਕਾਰ। ਖੁਸ਼ ਰਹੋ, ਤੰਦਰੁਸਤ ਰਹੋ, ਆਯੁਰਵੇਦ ਅਪਣਾਓ, ਤੰਦਰੁਸਤੀ ਪਾਓ। ਇੱਕ ਨਵਾਂ ਪ੍ਰੋਗਰਾਮ ਲੈ ਕੇ ਤੁਹਾਡੇ ਰੱਬ ਵਰਗੇ ਸਰੋਤਿਆਂ ਦੀ ਕਚਹਿਰੀ ਵਿੱਚ ਫਿਰ ਜਲਦੀ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਾਂ ਇਹ ਸਨ ਡਾਕਟਰ ਬਿਰਕ, ਜਿਨ੍ਹਾਂ ਨੇ ਮਾਈਗ੍ਰੇਨ ਦੀ ਬਿਮਾਰੀ ਦਾ ਆਯੁਰਵੈਦਿਕ ਇਲਾਜ ਸਾਡੇ ਦਰਸ਼ਕਾਂ ਨੂੰ ਬੜੇ ਹੀ ਪਿਆਰ ਨਾਲ, ਸੁਚੱਜੇ ਢੰਗ ਨਾਲ ਦੱਸਿਆ। ਉਮੀਦ ਕਰਦੇ ਹਾਂ ਤੁਸੀਂ ਇਸ ਜਾਣਕਾਰੀ ਤੋਂ ਲਾਭ ਉਠਾਓਗੇ। ਮੈਨੂੰ ਦਿਓ ਇਜਾਜ਼ਤ, ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। If you like this video, subscribe the channel, like and share this video.